Hello guys, today we start Punjabi class 12 chapter first by ਵੀਰ ਸਿੰਘ ਜਿਨ੍ਹਾਂ ਦਾ ਜਨਮ 1872 ਈਸਵੀ ਵਿੱਚ ਹੋਇਆ ਸੀ ਤੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਦੀ ਜੀਵਨ ਰਚਨਾ ਪੜਾਂਗੇ। ਭਾਈ ਵੀਰ ਸਿੰਘ ਦੇ ਜੀਵਨ ਰਚਨਾ ਅਤੇ ਕਵਿਤਾ ਬਾਰੇ ਸੰਖੇਪ ਜਾਣਕਾਰੀ ਦਿਓ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ। ਆਪ ਨੇ ਉਸ ਸਮੇਂ ਪੰਜਾਬੀ ਭਾਸ਼ਾ ਵਿੱਚ ਸਾਹਿਤ ਰਚਨ ਦਾ ਉਦਮ ਕੀਤਾ ਜਦੋਂ ਇਸ ਨੂੰ ਦਾਰਸ਼ਨਿਕ ਵਿਚਾਰਾਂ ਤੇ ਪ੍ਰਗਟਾਵਾਂ ਲਈ ਯੋਗ ਨਹੀਂ ਸਮਝਿਆ ਜਾ ਰਿਹਾ ਸੀ। ਉਸ ਸਮੇਂ ਕਿੱਸਾ ਕਾਵ ਅਤੇ ਬਿਰਤਾਂਤਕ ਕਾਵ ਲਿਖਣ ਦਾ ਰਿਵਾਜ ਸੀ। ਭਾਈ ਵੀਰ ਸਿੰਘ ਨੇ ਨਿੱਕੀਆਂ ਕਵਿਤਾਵਾਂ ਲਿਖ ਕੇ ਇਸ ਖੜੋਤ ਨੂੰ ਤੋੜਿਆ। ਇਸ ਮਹਾਨ ਕਵੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਡਾਕਟਰ ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਨੇ 10ਵੀਂ ਦੀ ਪ੍ਰੀਖਿਆ 1891 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਿੱਚੋਂ ਪਹਿਲੇ ਦਰਜੇ 'ਤੇ ਰਹਿ ਕੇ ਪਾਸ ਕੀਤੀ। ਭਾਈ ਵੀਰ ਸਿੰਘ ਨੂੰ ਸਾਹਿਤ ਰਚਨਾ ਦੀ ਗੁੜਤੀ ਵਿਰਸੇ ਵਿੱਚੋਂ ਹੀ ਮਿਲੀ। ਉਹਨਾਂ ਨੂੰ ਪੰਜਾਬੀ ਤੋਂ ਇਲਾਵਾ ਸੰਸਕ੍ਰਿਤ, ਬ੍ਰਿਜ ਭਾਸ਼ਾ, ਉਰਦੂ, ਫਾਰਸੀ ਅਤੇ ਅੰਗਰੇਜ਼ੀ ਦਾ ਚੰਗਾ ਗਿਆਨ ਸੀ। ਪੰਜਾਬ ਯੂਨੀਵਰਸਿਟੀ ਦੇ ਆਪ ਦੀ ਵਿਦਵਤਾ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਸਾਹਮਣੇ ਰੱਖ ਕੇ ਆਪ ਨੂੰ 1949 ਵਿੱਚ ਡਾਕਟਰ ਆਫ ਓਰੀਐਂਟਲ ਲੈਂਗੁਏਜ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। ਰਚਨਾਵਾਂ ਭਾਈ ਵੀਰ ਸਿੰਘ ਦੀਆਂ ਪ੍ਰਸਿੱਧ ਰਚਨਾਵਾਂ ਹਨ ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਕੰਤ ਸਹੇਲੀ, ਲਹਿਰ ਹੁਲਾਰੇ, ਚੋਣਵੀਆਂ ਕਵਿਤਾਵਾਂ, ਮੇਰੇ ਸਾਈਆਂ ਜੀਵੋ ਅਤੇ ਰਾਣ ਸੂਰਤ ਸਿੰਘ ਮਹਾਕਾਵੀ। ਆਪ ਦੀ ਕਾਵ ਰਚਨਾ ਮੇਰੇ ਸਾਈਆਂ ਜੀਵੋ ਨੂੰ 1954 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਭਾਰਤ ਸਰਕਾਰ ਨੇ 1956 ਈਸਵੀ ਵਿੱਚ ਆਪ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਭਾਈ ਵੀਰ ਸਿੰਘ ਦੀ ਕਵਿਤਾ ਦੇ ਮੁੱਖ ਵਿਸ਼ੇ ਅਧਿਆਤਮਵਾਦ, ਆਤਮ ਪਰਮਾਤਮਾ, ਜੀਵਨ ਦੇ ਆਪਸੀ ਸੰਬੰਧ ਅਤੇ ਕੁਦਰਤ ਪਿਆਰ ਹਨ। ਉਹਨਾਂ ਦੀਆਂ 1-2 ਕਵਿਤਾਵਾਂ ਵਿੱਚੋਂ ਆਜ਼ਾਦੀ ਲਈ ਤਾਂਘ ਵੀ ਅਨੁਭਵ ਹੁੰਦੀ ਹੈ। ਰੂਪਕ ਪੱਖੋਂ ਵੀ ਆਪ ਜੀ ਦੀ ਕਵਿਤਾ ਬਹੁਤ ਸਾਰੇ ਗੁਣਾਂ ਦੀ ਧਾਰਨੀ ਹੈ। ਹੁਣ ਆਪਾਂ ਇਸ ਦੀ ਕਵਿਤਾ ਕਰਾਂਗੇ। ਕੰਬਦੀ ਕਲਾਈ। ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਤਾਂ ਗਲਵੱਕੜੀ ਪਾਈ, ਨੀਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ, ਚਰਨਾਂ 'ਤੇ ਸ਼ੀਸ਼ ਨਵਾਇਆ, ਸਾਡੇ ਮੱਥੇ ਛੋਹ ਨਾ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਿਆ ਕਾਈ। ਔਖੇ ਸ਼ਬਦਾਂ ਦੇ ਅਰਥ। ਤਾਂ ਤੋੜ ਕੇ ਗਲਵੱਕੜੀ ਜੱਫੀ, ਨੀਰਾ ਨੂਰ ਪੂਰੇ ਪ੍ਰਕਾਸ਼ ਵਿੱਚ, ਕਲਾਈ ਵੀਣੀ ਗੁੱਡ, ਸ਼ੀਸ਼ ਸਿਰ ਨਿਵਾਈਆਂ, ਨੀਵਾ ਕੀਤਾ ਝੁਕਾਈਆ, ਪ੍ਰਣਾਮ ਕੀਤਾ ਕਾਈ ਕੋਈ। ਪ੍ਰਸੰਗ। ਇਹ ਕਾਵ ਸਤਰਾ ਕਾਵ ਯਾਤਰਾ ਪਾਠ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀ ਕਵਿਤਾ ਕੰਬਦੀ ਕਲਾਈ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਸੁਪਨੇ ਵਿੱਚ ਪਰਮਾਤਮਾ ਦੇ ਮਿਲਾਪ ਦਾ ਵਿਸਮਾਦੀ ਅਦਭੁਤ ਅਨੁਭਵ ਬਿਆਨ ਕੀਤਾ ਹੈ। ਸਾਰੀ ਕਵਿਤਾ ਵਿੱਚ ਸੁਪਨੇ ਦਾ ਵਾਤਾਵਰਣ ਸਿਰਜਿਆ ਗਿਆ ਹੈ। ਇਹ ਸੰਤਰਾਂ ਕਵਿਤਾ ਦੀਆਂ ਆਰੰਭਕ ਸੰਤਰਾਂ ਹਨ। ਇਹਨਾਂ ਰਾਹੀਂ ਪਤਾ ਲੱਗਦਾ ਹੈ ਕਿ ਸੁਪਨੇ ਵਿੱਚ ਕਵੀ ਨੂੰ ਕੇਵਲ ਪਰਮਾਤਮਾ ਦਾ ਹੀ ਦੀਦਾਰ ਹੁੰਦਾ ਹੈ, ਪ੍ਰਾਪਤੀ ਨਹੀਂ ਹੁੰਦੀ। ਵਿਆਖਿਆ। ਭਾਈ ਸਾਹਿਬ ਲਿਖਦੇ ਹਨ ਕਿ ਹੇ ਪਿਆਰੇ ਪ੍ਰੀਤਮ ਪ੍ਰਭੂ, ਜਦੋਂ ਤੁਸੀਂ ਮੈਨੂੰ ਸੁਪਨੇ ਵਿੱਚ ਮਿਲੇ ਤਾਂ ਮੈਂ ਤੁਰੰਤ ਦੌੜ ਕੇ ਤੁਹਾਡੇ ਗਲ ਵਿੱਚ ਬਾਂਹ ਪਾ ਕੇ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੀਆਂ ਬਾਹਾਂ ਵਿੱਚ ਕੁਝ ਨਾ ਸਕਿਆ, ਕਿਉਂਕਿ ਤੁਹਾਡੀ ਹੋਂਦ ਤੇਜ ਚਮਤਕਾਰ ਰੋਸ਼ਨੀ ਦੇ ਰੂਪ ਸੀ ਜਿਸ ਨੂੰ ਗਲਵੱਕੜੀ ਵਿੱਚ ਨਹੀਂ ਸਿਲਿਆ ਜਾ ਸਕਦਾ। ਇਸ ਲਈ ਮੇਰੀਆਂ ਬਾਹਾਂ ਕੰਬਦੀਆਂ ਹੀ ਰਹਿ ਗਈਆਂ। ਫਿਰ ਮੈਂ ਤੁਹਾਡੇ ਚਰਨਾਂ 'ਤੇ ਆਪਣਾ ਸੀਸ ਝੁਕਾਇਆ ਤੇ ਮੇਰੇ ਮੱਥੇ ਤੁਹਾਡੇ ਚਰਨਾਂ ਦੀ ਛੋਹ ਨਾ ਪਾਈ। ਮੈਂ ਨਿਮਾਣੀ ਕਿਸੇ ਵੀ ਤਰ੍ਹਾਂ ਤੁਹਾਡੇ ਤੱਕ ਅੱਪੜ ਨਾ ਸਕੀ, ਕਿਉਂਕਿ ਤੁਸੀਂ ਬਹੁਤ ਉੱਚੇ ਸੀ ਤੇ ਮੈਂ ਬਹੁਤ ਨੀਵੀਂ। ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ ਤੇ ਜੀਵ ਤੁੱਛ ਜਿਹੀ ਬੁੱਧੀ ਵਾਲਾ। ਇਸ ਲਈ ਪਰਮਾਤਮਾ ਤੱਕ ਪਹੁੰਚਣਾ, ਉਸ ਨੂੰ ਪ੍ਰਾਪਤ ਕਰਨਾ, ਉਸ ਨਾਲ ਨੇੜਤਾ ਪ੍ਰਾਪਤ ਕਰਨੀ ਬਹੁਤ ਕਠਿਨ ਹੈ, ਪਰ ਉਸ ਦੇ ਰੰਗ ਵਿੱਚ ਰੰਗਿਆ ਹੋਇਆਂ ਨੂੰ ਉਸ ਦੇ ਦੀਦਾਰ ਹੋ ਹੀ ਜਾਂਦੇ ਹਨ ਤੇ ਉਸ ਦੀ ਪਛਾਣ ਵੀ। ਪ੍ਰਸ਼ਨ ਉੱਤਰ। ਇਸ ਕੰਬਦੀ ਕਲਾਈ ਕਵਿਤਾ 'ਤੇ ਆਧਾਰਿਤ ਕੁਝ ਪ੍ਰਸ਼ਨ ਉੱਤਰ ਨੇ। ਇਹਨਾਂ ਕਾਵ ਸਤਰਾਂ ਦੇ ਕਵੀ
ਨੇ ਕਵਿਤਾ ਦਾ ਨਾਂ ਦੱਸੋ। ਕਵੀ ਦਾ ਨਾਮ ਭਾਈ ਵੀਰ ਸਿੰਘ ਤੇ ਕਵਿਤਾ ਦਾ ਨਾਂ ਕੰਮ ਦੀ ਕਲਾਈ। ਤਾਂ ਅਤੇ ਕਾਈ ਸ਼ਬਦਾਂ ਦੇ ਅਰਥ। ਤਾਂ ਤੋੜ ਕੇ ਕਾਈ ਕੋਈ। ਸੁਪਨੇ ਵਿੱਚ ਕਵੀ ਨੂੰ ਉਸ ਦਾ ਪ੍ਰੀਤਮ ਪਿਆਰਾ ਕਿਸ ਰੂਪ ਵਿੱਚ ਮਿਲਦਾ ਹੈ? ਤੇਜ ਚਮਤਕਾਰ ਰੋਸ਼ਨੀ ਦੇ ਰੂਪ ਵਿੱਚ। ਤੁਸੀਂ ਉੱਚੇ ਅਸੀਂ ਨੀਵੇਂ ਸਾਂ ਤੋਂ ਕਿਹੜੇ ਰਹੱਸ ਦੀ ਗੱਲ ਕੀਤੀ ਹੈ? ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ ਜਦਕਿ ਜੀਵ ਤੁੱਛ ਜਿਹੀ ਬੁੱਧੀ ਵਾਲਾ ਹੈ। ਫਿਰ ਲੜ ਫੜਨੇ ਨੂੰ ਸੈਕਿੰਡ ਪੋਇਮ। ਫਿਰ ਲੜ ਫੜ ਨੂੰ ਉੱਠ ਦੌੜੀ ਪਰ ਲੜ ਉਹ ਬਿਜਲੀ ਲਹਿਰਾਂ। ਉੱਡਦਾ ਜਾਂਦਾ ਪਰ ਉਹ ਆਪਣੀ ਛੂਹ ਸਾਨੂੰ ਗਿਆ ਲਾਈ। ਮਿੱਟੀ ਚਮਕ ਪਈ ਇਹ ਮੋਈ ਤੇ ਤੁਸੀਂ ਧੂਆਂ ਵਿੱਚ ਲਿਸ਼ਕ ਪਏ। ਬਿਜਲੀ ਕੁੰਦ ਗਈ ਥਰਾਂਦੀ ਹੁਣ ਚਕਾਚੌਂਧ ਹੈ ਛਾਈ। ਔਖੇ ਸ਼ਬਦਾਂ ਦੇ ਅਰਥ। ਦੌੜੇ ਨੱਠੇ ਭੱਜੇ। ਲਹਿਰਾਂ ਲਾਈ ਗਿਆ ਗਿਆ ਮੋਈ ਮਿੱਟੀ ਬੇਜਾਨ ਜਿਹਾ ਸਰੀਰ। ਕੁੱਦ ਚਮਕ ਲੂਆਂ ਲੂ ਵਿੱਚ ਥਰਾਂਦੀ ਕੰਬਦੀ। ਚਕਾਚੌਂਧ ਚੁੰਧਿਆ ਦੇਣ ਵਾਲੀ ਬਿਜਲੀ ਦਾ ਪ੍ਰਭਾਵ। ਪ੍ਰਸੰਗ। ਇਹ ਕਾਵਿ ਸਤਰਾ ਕਾਵਿ ਯਾਤਰਾ ਪਾਠ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀ ਕਵਿਤਾ ਕੰਮ ਦੀ ਕਲਾਈ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਨੇ ਸੁਪਨੇ ਵਿੱਚ ਪਰਮਾਤਮਾ ਦੇ ਮਿਲਾਪ ਦੇ ਵਿਸਮਾਦੀ ਤੇ ਅਦਭੁਤ ਅਨੁਭਵ ਨੂੰ ਬਿਆਨ ਕੀਤਾ ਹੈ। ਸਾਰੀ ਕਵਿਤਾ ਵਿੱਚ ਸੁਪਨੇ ਦਾ ਵਾਤਾਵਰਣ ਸਿਰਜਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਨੇ ਪ੍ਰੀਤਮ ਪਿਆਰੇ ਪਰਮਾਤਮਾ ਦੇ ਲੜ ਫੜਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਹੋਏ ਅਨੋਖੇ ਅਹਿਸਾਸ ਦਾ ਵਰਣਨ ਕੀਤਾ। ਵਿਆਖਿਆ। ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਇੱਕ ਦੋ ਵਾਰ ਆਪਣੀ ਪ੍ਰੀਤਮ ਪ੍ਰਾਪਤੀ ਦੇ ਉਸਦੇ ਛੋਹ ਦੀ ਅਸਫਲਤਾ ਤੋਂ ਬਾਅਦ ਜਦੋਂ ਮੈਨੂੰ ਤੁਹਾਡਾ ਵਾਪਸ ਜਾਂਦਾ ਹੋਇਆ ਪੱਲਾ ਵਿਖਾਈ ਦਿੱਤਾ ਤਾਂ ਮੈਂ ਤੁਹਾਡੇ ਪੱਲੇ ਦਾ ਲੜ ਫੜਨ ਲਈ ਤੇਜ਼ੀ ਨਾਲ ਮਗਰ ਦੌੜਿਆ ਪਰ ਉਹ ਲੜ ਵੀ ਬਿਜਲੀ ਦੀ ਕਿਰਨ ਵਾਂਗ ਸੂਖਮ ਤੇ ਨੂਰਾਨੀ ਸੀ ਇਸ ਲਈ ਉਸ ਮੇਰੇ ਹੱਥ ਵਿੱਚ ਨਹੀਂ ਫੜਿਆ ਜਾ ਸਕਿਆ। ਪਰ ਉੱਡਦਾ ਜਾਂਦਾ ਉਹ ਮੈਨੂੰ ਆਪਣੀ ਇੱਕ ਮਾਮੂਲੀ ਜਿਹੀ ਛੋਹ ਜ਼ਰੂਰ ਲੱਗ ਗਿਆ ਜਿਸ ਨਾਲ ਮੇਰਾ ਬੇਜਾਨ ਸਰੀਰ ਹਰਕਤ ਵਿੱਚ ਆ ਗਿਆ। ਮੇਰੇ ਬੇਜਾਨ ਸਰੀਰ ਵਿੱਚ ਚਮਕ ਆ ਗਈ। ਮੇਰੇ ਲੂ ਵਿੱਚ ਤੁਹਾਡੀ ਰੋਸ਼ਨੀ ਚਮਕ ਪਈ। ਤੁਹਾਡੇ ਪੱਲੇ ਵਿੱਚ ਇੰਨੀ ਤੇਜ਼ ਚਮਤਕਾਰ ਰੋਸ਼ਨੀ ਸੀ ਜਿਵੇਂ ਬੱਦਲਾਂ ਵਿੱਚ ਤੇਜ਼ ਬਿਜਲੀ ਗਰਜ ਤੇ ਚਮਕ ਰਹੀ ਹੋਵੇ। ਇਸ ਤੇਜ਼ ਰੋਸ਼ਨੀ ਨਾਲ ਮੇਰੀਆਂ ਅੱਖਾਂ ਚੁਦਿਆਂ ਦੇ ਕੇ ਬੰਦ ਹੋ ਰਹੀਆਂ ਸੀ ਤੇ ਹੁਣ ਮੇਰੇ ਆਸੇ ਪਾਸੇ ਇਸ ਤਰ੍ਹਾਂ ਹਨੇਰਾ ਛਾ ਗਿਆ ਜਿਵੇਂ ਤੇਜ਼ ਰੋਸ਼ਨੀ ਵੇਖਣ ਪਿੱਛੇ ਅੱਖਾਂ ਅੱਗੇ ਹਨੇਰਾ ਛਾ ਜਾਣਾ। ਪ੍ਰੀਤਮ ਦੇ ਲੜ ਦੀ ਛੋਹ ਨੇ ਉਸ ਦੀ ਨਿਰਜੀਵ ਆਤਮਾ ਨੂੰ ਸੰਜੀਵ ਕਰ ਦਿੱਤਾ। ਉਸਦਾ ਪ੍ਰਭਾਵ ਵੀ ਅਜਿਹਾ ਸੀ ਕਿ ਉਸਨੇ ਗਿਆਨ ਦੀ ਰੋਸ਼ਨੀ ਨਾਲ ਇੱਕ ਵਾਰ ਤਾਂ ਅੱਖਾਂ ਚੁੰਧੀਆਂ ਜਾਂਦੀਆਂ ਹਨ ਤੇ ਫਿਰ ਉਸ ਤੋਂ ਬਾਅਦ ਕੁਝ ਹੋਰ ਨਜ਼ਰ ਨਹੀਂ ਆਉਂਦਾ। ਮੇਰੇ ਬੇਜਾਨ ਸਰੀਰ ਵਿੱਚ ਚਮਕ ਆ ਗਈ। ਮੇਰੇ ਲੂ ਵਿੱਚ ਤੁਹਾਡੀ ਚਮਕ ਪਈ। ਤੁਹਾਡੇ ਪੱਲੇ ਵਿੱਚ ਇੰਨੀ ਤੇਜ਼ ਚਮਤਕਾਰ ਰੋਸ਼ਨੀ ਸੀ ਜਿਵੇਂ ਬੱਦਲਾਂ ਵਿੱਚ ਤੇਜ਼ ਗਰਜ ਤੇ ਚਮਕ ਰਹੀ ਹੋਵੇ। ਇਸ ਤੇਜ਼ ਰੋਸ਼ਨੀ ਨਾਲ ਮੇਰੀਆਂ ਅੱਖਾਂ ਚੁਦਿਆਂ ਕੇ ਬੰਦ ਹੋ ਗਈਆਂ। ਮੇਰੇ ਆਸੇ ਪਾਸੇ ਹਨੇਰਾ ਛਾ ਗਿਆ ਜਿਵੇਂ ਤੇਜ਼ ਰੋਸ਼ਨੀ ਪਿੱਛੇ ਅੱਖਾਂ ਅੱਗੇ ਹਨੇਰਾ ਛਾ ਜਾਣਾ। ਪ੍ਰੀਤਮ ਦੇ ਲੜ ਦੀ ਛੋਹ ਨੇ ਉਸਨੂੰ ਨਿਰਜੀਵ ਆਤਮਾ ਨੂੰ ਸੰਜੀਵ ਕਰ ਦਿੱਤਾ। ਉਸ ਦਾ ਪ੍ਰਭਾਵ ਹੀ ਅਜਿਹਾ ਸੀ ਕਿ ਉਸਦੇ ਗਿਆਨ ਦੀ ਰੋਸ਼ਨੀ ਨਾਲ ਇੱਕ ਵਾਰ ਤਾਂ ਅੱਖਾਂ ਚੁੰਧੀਆਂ ਜਾਂਦੀਆਂ ਹਨ ਤੇ ਫਿਰ ਬਾਅਦ ਕੁਝ ਹੋਰ ਨਜ਼ਰ ਆਉਂਦੀਆਂ ਹਨ। ਕੁਐਸਚਨ ਆਨਸਰ। ਪ੍ਰਸ਼ਨ ਉੱਤਰ। ਪ੍ਰੀਤਮ ਦਾ ਲੜ ਕਿਹੋ ਜਿਹਾ ਸੀ? ਪ੍ਰੀਤਮ ਦਾ ਲੜ ਕਿਹੋ ਜਿਹਾ ਸੀ? ਪ੍ਰੀਤਮ ਦਾ ਲੜ ਚਮਕ ਰਹੀ ਬਿਜਲੀ ਦੇ ਤੇਜ਼ ਲਹਿਰ ਵਰਗਾ ਸੀ। ਮਿੱਟੀ ਚਮਕ ਪਈ ਇਹ ਮੋਈ ਤੁਕ ਦਾ ਕੀ ਭਾਵ ਹੈ? ਨਿਰਜੀਵ ਆਤਮਾ ਪ੍ਰੀਤਮ ਦੇ ਲੜ ਦੀ ਛੋਹ ਨਾਲ ਸੰਜੀਵ ਹੋ ਗਈ। ਉਸ ਨੂੰ ਗਿਆਨ ਦਾ ਚਾਨਣ ਹੋ ਗਿਆ। ਚਕਾਚੌਂਧਦਾਰ ਤੇ ਤੇਜ਼ ਰੋਸ਼ਨੀ ਵੇਖਣ ਪਿੱਛੇ ਅੱਖਾਂ ਅੱਗੇ ਹਨੇਰਾ ਛਾ ਜਾਣਾ। ਇਹਨਾਂ ਕਾਵਿ ਸਤਰਾਂ ਵਿੱਚ ਕਿਹੜੇ ਰਹੱਸ ਦਾ ਵਰਣਨ ਕੀਤਾ ਹੈ? ਪਰਮਾਤਮਾ ਇੱਕ ਮਹਾਂਪ੍ਰਕਾਸ਼ ਹੈ। ਜੇਕਰ ਜੀਵ ਉਸਨੂੰ ਉੱਡਦਾ ਹੋਇਆ ਲੜ ਵੀ ਫੜ ਲਵੇ ਤਾਂ ਉਸਨੂੰ ਅਜਿਹਾ ਗਿਆਨ ਦਾ ਚਾਨਣ ਪ੍ਰਾਪਤ ਹੁੰਦਾ ਹੈ ਜਿਵੇਂ ਚੁਦਿਆ ਦੇਣ ਵਾਲੀ ਰੋਸ਼ਨੀ ਹੋਵੇ। ਅਜਿਹਾ ਪ੍ਰਕਾਸ਼ਮਾਨ ਪ੍ਰਾਪਤ ਤੇ ਮਾਮੂਲੀ ਨੂਰ ਵੀ ਆਮ ਜੀਵਾਂ ਲਈ ਪ੍ਰਕਾਸ਼ ਤੇ ਅਥਾਹ ਸਮੁੰਦਰ ਵਰਗਾ ਹੁੰਦਾ ਹੈ। ਕਵਿਤਾ ਤੇ ਆਧਾਰਿਤ ਪ੍ਰਸ਼ਨ ਉੱਤਰ। ਕੰਮ ਦੀ ਕਲਾਈ ਦਾ ਵਿਸ਼ਾ ਵਸਤੂ। ਕੰਮ ਦੀ ਕਲਾਈ ਆਧੁਨਿਕ ਕਵਿਤਾ ਦੇ ਮੋਢੀ ਭਾਈ ਵੀਰ ਸਿੰਘ ਦੀ ਰਚਨਾ। ਇਹ ਕਵਿਤਾ ਵਿੱਚ ਕਵੀ ਨੇ ਜਗਿਆਸੂ ਰੂਪ ਵਿੱਚ ਪਰਮਾਤਮਾ ਨਾਲ ਮਿਲਾਪ ਦੀ ਇੱਛਾ ਅਤੇ ਮਿਲਾਪ ਨੂੰ ਅਨੁਭਵ ਬਿਆਨ ਕੀਤਾ ਹੈ। ਇਹ ਅਨੁਭਵ ਇੱਕ ਅਲੌਕਿਕ ਕ੍ਰਿਸ਼ਮਾ ਹੈ ਜਿਸ ਦਾ ਅਨੁਭਵ ਪ੍ਰਭੂ ਦੇ ਲੜ ਦੀ ਛੋਹ ਪ੍ਰਾਪਤ ਕਰਨ ਵਾਲੇ ਜਗਿਆਸੂ ਨੂੰ ਵੀ ਪੂਰੀ ਤਰ੍ਹਾਂ ਪਤਾ ਨਹੀਂ ਹੈ। ਜਗਿਆਸੂ ਕਵੀ ਆਪਣੇ ਪ੍ਰੀਤਮ ਪਰਮਾਤਮਾ ਮਿਲਣ ਦੀ ਇੱਛਾ ਹੈ। ਉਸਨੂੰ ਜਾਗਦਿਆਂ ਉਸਦੀ ਮਿਲਾਪ ਨਹੀਂ ਹੁੰਦਾ।
ਉਸ ਦਾ ਪ੍ਰੀਤਮ ਨਾਲ ਮੇਲ ਇੱਕ ਦਿਨ ਸੁਪਨੇ ਵਿੱਚ ਹੁੰਦਾ ਹੈ। ਉਹ ਆਪਣੀ ਪ੍ਰੀਤਮ ਗਲਵਕੜੀ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਪਰੰਤੂ ਪ੍ਰਭੂ ਮਹਾਂਪ੍ਰਕਾਸ਼ ਰੂਪ ਹੋਣ ਕਰਕੇ ਉਸ ਦੀ ਪਕੜ ਵਿੱਚ ਨਹੀਂ ਆਉਂਦੇ, ਜਿਨ੍ਹਾਂ ਕਾਰਨ ਉਸ ਦੀ ਆਤਮਾ ਰੂਪੀ ਕਲਾਈ ਪ੍ਰਾਪਤੀ ਦੀ ਅਮੂਰਤ ਇੱਛਾ ਕਾਰਨ ਕੰਬਦੀ ਹੀ ਰਹਿ ਗਈ। ਇਸ ਤੋਂ ਪਿੱਛੋਂ ਉਸਨੇ ਪ੍ਰੀਤਮ ਦੇ ਪੈਰਾਂ ਉੱਤੇ ਆਪਣਾ ਸਿਰ ਨਿਵਾਇਆ, ਪਰ ਉਹ ਉਹਨਾਂ ਦੀ ਛੂਹ ਵੀ ਪ੍ਰਾਪਤ ਨਾ ਕਰ ਸਕਿਆ। ਇਸ ਕਾਰਨ ਇਹ ਸੀ ਕਿ ਪਰਮਾਤਮਾ ਉੱਚ ਸਨ। ਅਣਗਿਣਤ ਗੁਣਾਂ ਦੇ ਮਾਲਕ ਉਸ ਦੇ ਮੁਕਾਬਲੇ ਵਿੱਚ ਜਿਗਿਆਸੂ ਨੀਵਾਂ ਸੀ। ਉਸ ਅੰਦਰ ਬਹੁਤ ਘੱਟ ਗੁਣ ਸਨ। ਅਜਿਹੀ ਦਸ਼ਾ ਵਿੱਚ ਉਹ ਇੱਕ ਅਸਮਰਥ ਪ੍ਰਾਣੀ ਬਣ ਕੇ ਰਹਿ ਗਿਆ। ਜਦੋਂ ਦੁਬਾਰਾ ਜਿਗਿਆਸੂ ਨੇ ਪ੍ਰੀਤਮ ਨੂੰ ਪਕੜਨ ਦਾ ਯਤਨ ਕੀਤਾ, ਤਦ ਪ੍ਰੀਤਮ ਉੱਡਦਾ ਜਾਂਦਾ ਲੜ ਲਿਸ਼ਕੋਰ ਵਾਂਗ ਉੱਡਦਾ ਹੋਇਆ ਆਪਣੀ ਛੂਹ ਦੇ ਗਿਆ। ਇਸ ਛੂਹ ਨਾਲ ਜਿਗਿਆਸੂ ਦੀਆਂ ਲੂਆਂ ਵਿੱਚ ਲਿਸ਼ਕ ਆ ਗਈ। ਉਸ ਦੀ ਨਿਰਜੀਵ ਆਤਮਾ ਸੰਜੀਵ ਹੋ ਗਈ। ਹੁਣ ਇੱਕ ਪ੍ਰਕਾਸ਼ ਸੀ ਚਕਾਚੌਂਧ ਵਾਲੀ ਸਥਿਤੀ ਬਣ ਗਈ। ਜੋ ਕਿਸੇ ਜਿਗਿਆਸੂ ਨੂੰ ਯਤਨ ਕਰਨ ਤੇ ਪ੍ਰੀਤਮ ਦੇ ਲੜ ਦੀ ਮਾਮੂਲੀ ਛੋਹ ਵੀ ਪ੍ਰਾਪਤ ਹੋ ਜਾਵੇ, ਤਦ ਉਸ ਦਾ ਅਨੁਭਵ ਉਸ ਦੇ ਬਿਆਨ ਤੋਂ ਬਾਹਰ ਹੈ। ਇਸ ਤਰ੍ਹਾਂ ਇਸ ਕਵਿਤਾ ਵਿੱਚ ਕਵੀ ਨੇ ਜਿਗਿਆਸੂ ਤੇ ਪ੍ਰੀਤਮ ਮਿਲਾਪ ਦੀ ਬਿਹਬਲਤਾ ਨੂੰ ਪ੍ਰਤੀਕਾਤਮਕ ਢੰਗ ਨਾਲ ਬਿਆਨ ਕੀਤਾ ਹੈ। ਪ੍ਰੀਤਮ ਦੇ ਲੜ ਦੀ ਛੋਹ ਅਨੁਭਵ ਇੱਕ ਅਜਿਹਾ ਅਨੁਭਵ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। ਇਹ ਇੱਕ ਤਰ੍ਹਾਂ ਨਾਲ ਬਿਜਲੀ ਲਿਸ਼ਕਣ ਤੋਂ ਪਿੱਛੋਂ ਅਨੁਭਵ ਕੀਤੀ ਚਕਾਚੌਂਧ ਵਰਗੀ ਅਵਸਥਾ ਹੁੰਦੀ ਹੈ। ਪ੍ਰਸ਼ਨ 2, ਕਵੀ ਦੀ ਕਲਾਈ ਕਿਉਂ ਕੰਬ ਰਹੀ ਸੀ? ਸੁਪਨੇ ਵਿੱਚ ਕਵੀ ਆਪਣੇ ਪ੍ਰੀਤਮ ਪਰਮਾਤਮਾ ਨੂੰ ਗਲਵਕੜੀ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਪਰਮਾਤਮਾ ਮਹਾਂਪ੍ਰਕਾਸ਼ ਰੂਪ ਹੋਣ ਕਾਰਨ ਉਸ ਦੀ ਗਲਵਕੜੀ ਵਿੱਚ ਨਹੀਂ ਆਉਂਦੇ। ਇਸ ਕਾਰਨ ਅਸਮਰਥਾ ਵੇਖ ਕੇ ਕਵੀ ਦੀ ਕਲਾਈ ਕੰਬ ਰਹੀ ਹੈ। ਉਸ ਨੂੰ ਅਨੁਭਵ ਹੁੰਦਾ ਹੈ ਕਿ ਉਹ ਹਜੇ ਪ੍ਰਭੂ ਪ੍ਰਾਪਤੀ ਦੇ ਸਮਰਥ ਨਹੀਂ ਹੋਇਆ। ਪ੍ਰਸ਼ਨ 3, ਨੀਰਾ ਨੂਰ ਸ਼ਬਦ ਕਿਸ ਲਈ ਵਰਤਿਆ ਗਿਆ ਹੈ? ਨੀਰਾ ਨੂਰ ਸ਼ਬਦ ਪਰਮਾਤਮਾ ਲਈ ਵਰਤਿਆ ਗਿਆ ਹੈ। ਕਵਿਤਾ ਵਿਚਲੇ ਰਹੱਸ ਬਾਰੇ ਲਿਖੋ। ਪਰਮਾਤਮਾ ਕੋਈ ਸਾਧਾਰਨ ਜਿਹੀ ਸ਼ੈ ਨਹੀਂ, ਉਹ ਮਹਾਂਪ੍ਰਕਾਸ਼। ਸਾਧਾਰਨ ਜਿਗਿਆਸੂ ਤੋਂ ਉਸਨੂੰ ਸੁਪਨੇ ਵਿੱਚ ਵੀ ਪ੍ਰਾਪਤ ਨਹੀਂ ਕਰ ਸਕਦੇ। ਜੇ ਕਿਸੇ ਜਿਗਿਆਸੂ ਨੂੰ ਆਪਣੇ ਉੱਚ ਗੁਣਾਂ ਤੇ ਯਤਨਾਂ ਕਾਰਨ ਕੁਝ ਪ੍ਰਾਪਤ ਹੁੰਦਾ ਹੈ ਤਾਂ ਪਰਮਾਤਮਾ ਦੇ ਉੱਡਦੇ ਹੋਏ ਲੜ ਦੀ ਛੂਹ। ਇਸ ਉੱਡਦੇ ਹੋਏ ਲੜ ਦੀ ਛੂਹ ਨੂੰ ਇੱਕ ਅਜਿਹਾ ਅਨੁਭਵ ਹੈ ਜਿਹੜਾ ਜਿਗਿਆਸੂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਉਂਦਾ। ਜਿਹੀ ਸਥਿਤੀ ਵਿੱਚ ਉਸਨੂੰ ਇਹ ਦਸ਼ਾ ਅਜਿਹੀ ਹੁੰਦੀ ਹੈ ਜਿਵੇਂ ਬਿਜਲੀ ਚਮਕਣ ਪਿੱਛੇ ਅੱਖਾਂ ਅੱਗੇ ਚਕਾਚੌਂਧ ਜਿਹੀ ਛਾ ਜਾਂਦੀ ਹੈ। ਕੰਬ ਦੀ ਕਲਾਈ ਕਵਿਤਾ ਦਾ ਕੇਂਦਰੀ ਭਾਵ। ਯਤਨਸ਼ੀਲ ਜਿਗਿਆਸੂ ਨੂੰ ਆਪਣੇ ਪ੍ਰੀਤਮ ਦੇ ਸੁਪਨਮਈ ਮਿਲਾਪ ਵਿੱਚੋਂ ਵਿਸਮਾਦੀ ਆਨੰਦ ਪ੍ਰਾਪਤ ਹੁੰਦਾ ਹੈ, ਪਰ ਇਸ ਦਸ਼ਾ ਨੂੰ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। ਪ੍ਰੀਤਮ ਦਾ ਲੜ ਬਿਜਲੀ ਦੀਆਂ ਲਹਿਰਾਂ ਵਾਂਗ, ਜਿਸ ਨੂੰ ਜਦੋਂ ਛੂਹ ਪ੍ਰਾਪਤ ਹੁੰਦੀ ਤਦ ਲੱਗਦਾ ਹੈ ਜਿਵੇਂ ਪ੍ਰੀਤਮ ਦਾ ਪ੍ਰਕਾਸ਼ ਲੂਆਂ ਵਿੱਚ ਲਿਸ਼ਕ ਜਿਗਿਆਸੂ ਦੀਆਂ ਅੱਖਾਂ ਅੱਗੇ ਇੱਕ ਚਕਾਚੌਂਧ ਜਿਹੀ ਛਾ ਗਈ। ਕੰਬ ਦੀ ਕਲਾਈ ਕਵਿਤਾ ਦੇ ਪਹਿਲੇ ਭਾਗ ਵਿੱਚ ਜਿਗਿਆਸੂ ਵੱਲੋਂ ਪ੍ਰਗਟਿਆ ਪ੍ਰਭਾਵ ਕਿਹੋ ਜਿਹਾ? ਕੰਬ ਦੀ ਕਲਾਈ ਕਵਿਤਾ ਦੇ ਪਹਿਲੇ ਭਾਗ ਵਿੱਚ ਪ੍ਰੀਤਮ ਦੀ ਪ੍ਰਾਪਤੀ ਲਈ ਜਿਗਿਆਸੂ ਵੱਲੋਂ ਕੀਤੇ ਯਤਨ ਤੇ ਉਸਦੀ ਅਸਫਲਤਾ ਅਤੇ ਅਸਮਰਥਾ, ਵਿਯੋਗ, ਸ਼ਿੰਗਾਰ ਅਤੇ ਕਰੁਣਾ ਦੇ ਪ੍ਰਭਾਵ ਨੂੰ ਲਿਖਦੇ ਹਨ। ਪਾਠਕ ਨੂੰ ਅਨੁਭਵ ਹੁੰਦਾ ਹੈ ਕਿ ਜਿਗਿਆਸੂ ਦੀ ਪ੍ਰਾਪਤੀ ਲਈ ਯਤਨ ਕਰਦਾ ਹੈ, ਪਰੰਤੂ ਬਹੁਤ ਸਾਰੇ ਗੁਣਾਂ ਦਾ ਮਾਲਕ ਹੋਣ ਕਰਕੇ ਅਤੇ ਉੱਚਾ ਹੈ। ਜਿਗਿਆਸੂ ਅੰਦਰ ਬਹੁਤ ਘੱਟ ਗੁਣ ਹਨ ਅਤੇ ਉਹ ਪਰਮਾਤਮਾ ਦੇ ਮੁਕਾਬਲੇ ਵਿੱਚ ਬਹੁਤ ਨੀਵਾਂ। ਇਸ ਲਈ ਜਿਗਿਆਸੂ ਦੀ ਵਿਯੋਗਾਤਮਕ ਅਵਸਥਾ ਵੇਖ ਕੇ ਉਸ ਪ੍ਰਤੀ ਤਰਸ ਭਾਵਨਾ ਪੈਦਾ ਹੁੰਦੀ ਹੈ। ਇਸ ਕਵਿਤਾ ਦਾ ਕਾਵਿ ਸੂਝ ਬਿਆਨ ਕਰੋ। ਇਸ ਕਵਿਤਾ ਵਿੱਚ ਤੁਲਨਾ ਵਰਤੋਂ ਵਿੱਚ ਲਿਆਉਂਦਾ ਹੈ। ਪ੍ਰਭੂ ਪਰਮਾਤਮਾ ਦੇ ਮਹਾਂਪ੍ਰਕਾਸ਼ ਸਰੂਪ ਨੂੰ ਬਿਆਨ ਕੀਤਾ ਗਿਆ ਹੈ। ਕਵਿਤਾ ਵਿੱਚ ਜਿਗਿਆਸੂ ਨੂੰ ਆਪਣੇ ਆਪ ਨੂੰ ਘੱਟ ਗੁਣਾਂ ਦਾ ਮਾਲਕ ਤੇ ਨੀਵਾਂ ਦੱਸਦਾ ਹੈ, ਪਰ ਪਰਮਾਤਮਾ ਨੂੰ ਅਣਗਿਣਤ ਗੁਣਾਂ ਦਾ ਸੁਆਸੀ ਅਤੇ ਉੱਚਾ ਦੱਸਦਾ ਹੈ। ਪਰਮਾਤਮਾ ਦੇ ਮਹਾਂਪ੍ਰਕਾਸ਼ ਦੇ ਰਹੱਸ ਨੂੰ ਬਿਜਲੀ ਦੇ ਚਮਕਣ ਪਿੱਛੇ ਅੱਖਾਂ ਅੱਗੇ ਆਈ ਚਕਾਚੌਂਧ ਨਾਲ ਉਪਮਾਇਆ ਗਿਆ ਹੈ। ਪ੍ਰਸ਼ਨ 8, ਭਾਈ ਵੀਰ ਸਿੰਘ ਜੀ ਦੀ ਕਵਿਤਾ ਉੱਪਰ ਸਾਹਿਤਿਕ ਦ੍ਰਿਸ਼ਟੀ ਤੋਂ ਟਿੱਪਣੀ ਕਰੋ। ਮੂਲ ਰੂਪ ਵਿੱਚ ਭਾਈ ਵੀਰ ਸਿੰਘ ਅਧਿਆਤਮਵਾਦੀ ਅਤੇ ਰਹੱਸਵਾਦੀ ਕਵੀ ਹੈ। ਇਸ ਕਵਿਤਾ ਵਿੱਚ ਉਹਨਾਂ ਦੇ ਰਹੱਸ ਦਾ ਚਿਤਰਣ ਕੀਤਾ ਹੈ। ਕਵੀ ਦਾ ਕਮਾਲ ਇਹ ਹੈ ਕਿ ਉਹ ਕਵਿਤਾ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਸੁਪਨੇ ਵਾਤਾਵਰਣ ਲੇਖ ਕੀਤਾ ਹੈ। ਇਸ ਰਹੱਸ ਵਿੱਚ ਤਣਾਅ ਕਾਰਨ ਪੈਦਾ ਹੋਣ ਵਾਲੀ ਸ਼ਾਂਤੀ ਜਾਂ ਮਨ ਦਾ ਚੈਨ ਨਹੀਂ। ਕਵਿਤਾ ਵਿਚਲੇ ਰਹੱਸ ਆਧਾਰ ਕੀਤੇ ਕਵੀ ਨੂੰ ਸਭ ਕੁਝ ਆਲੇ ਦੁਆਲੇ ਨਜ਼ਰ ਆਉਂਦਾ ਹੈ, ਪਰ ਹੱਥ ਨਹੀਂ ਆਉਂਦਾ। ਮੇਲ ਅਤੇ ਅਮੇਲ ਦੇ ਰਹੱਸ ਵਿੱਚ ਇਸ ਕਵਿਤਾ ਸੰਪੂਰਨ ਹੁੰਦੀ ਹੈ ਅਤੇ ਪਾਠਕ ਲਈ ਇੱਕ ਵੱਡਾ ਪ੍ਰਸ਼ਨ ਕਿ ਪ੍ਰਭੂ ਕਿਵੇਂ ਪ੍ਰਾਪਤ ਕੀਤਾ ਜਾਵੇ ਦਿੱਤੀ ਜਾਂਦੀ ਹੈ।
Thanks for watching, students. I hope this is very helpful you. So students, study Punjabi with me. Study Punjabi with me. Please like, share and subscribe also.